Hello everyone, welcome to your own channel P++ JEE Civil Academy। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ P++ JEE Civil Engineering ਦੇ RCC previous year questions ਕਰ ਰਹੇ ਹਾਂ। ਇਹਨਾਂ ਨੂੰ ਅਸੀਂ ਡਿਸਕਸ ਕਰਾਂਗੇ। RCC ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਆ ਜਿਹੜਾ ਕਿ ਸਾਡੇ ਐਗਜ਼ਾਮ ਦੇ ਵਿੱਚ ਹਰ ਸਾਲ ਰਿਪੀਟ ਹੁੰਦਾ ਆ। ਜੋ ਵੀ PYQ ਸਹੀ ਤਰੀਕੇ ਨਾਲ ਅਸੀਂ ਪ੍ਰੈਕਟਿਸ ਕਰ ਲਵਾਂਗੇ ਤਾਂ ਕਨਸੈਪਟ ਕਲੀਅਰ ਹੋ ਜਾਊਗਾ, ਤਾਂ ਐਗਜ਼ਾਮ ਦੇ ਵਿੱਚ 100% ਕੌਨਫੀਡੈਂਸ ਆ ਜਾਂਦਾ। ਇਸ ਸੈਸ਼ਨ ਦੇ ਵਿੱਚ ਅਸੀਂ ਹਰ ਕੁਐਸਚਨ ਸਿੰਪਲ ਲੈਂਗੁਏਜ ਸਟੈਪ ਬਾਏ ਸਟੈਪ ਐਕਸਪਲੇਨ ਕੀਤਾ ਜਾਊਗਾ ਤਾਂ ਜੋ ਤੁਸੀਂ ਐਗਜ਼ਾਮ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਨਾ ਕਰ ਸਕੋ ਔਰ ਪੇਪਰ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਅਟੈਂਪਟ ਕਰ ਸਕੋ। ਜੇ ਤੁਸੀਂ ਸਿਵਲ ਇੰਜੀਨੀਅਰਿੰਗ JEE ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ। ਚਲੋ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦਾ RCC PYQ ਸੈਸ਼ਨ। ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੇ ਤੁਸੀਂ ਇਸ ਨੂੰ ਲਾਈਕ ਕਰ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ ਔਰ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਵੀ ਕਰ ਸਕਦੇ ਹੋ। ਕਰਦੇ ਹਾਂ ਸਟਾਰਟ। ਫਸਟ ਕੁਐਸਚਨ ਹੈ, ਪਾਰਸ਼ੀਅਲ ਸੇਫਟੀ ਫੈਕਟਰ ਫॉर ਕੰਕਰੀਟ ਐਂਡ ਸਟੀਲ ਰਿਸਪੈਕਟਿਵਲੀ may be taken as। ਆਪਸ਼ਨਸ ਦਿੱਤੇ ਹੋਏ ਆ 1.5 ਐਂਡ 1.15, 1.5 ਐਂਡ 1.78, 3 ਐਂਡ 1.78 ਜਾਂ ਫਿਰ 3 ਐਂਡ 1.2। ਕੀ ਆਏਗਾ ਇਹਦਾ ਆਂਸਰ? ਆਂਸਰ ਹੈ ਸਾਡੇ ਕੋਲ ਸੋਲੂਸ਼ਨ ਨੰਬਰ A 1.5 ਐਂਡ 1.15 ਜੋ ਹੈਗਾ ਸਾਡਾ ਪਾਰਸ਼ੀਅਲੀ ਸੇਫਟੀ ਫੈਕਟਰ ਕੰਕਰੀਟ ਦੇ ਲਈ ਔਰ ਸਟੀਲ ਦੇ ਲਈ ਆਏਗਾ। ਠੀਕ ਆ, ਜੋ ਕੰਕਰੀਟ ਦੇ ਲਈ ਆ ਉਹ 1.5 ਆ ਜਾਊਗਾ, ਜੋ ਸਟੀਲ ਦੇ ਲਈ ਹੈਗਾ ਸਾਡੇ ਕੋਲ 1.15 ਆ ਜਾਊਗਾ। ਠੀਕ ਹੈ ਜੀ, ਅੱਗੇ ਦੇਖਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਹੈਗਾ the minimum grade of reinforced concrete in C as per IS 456 2000 is। options are M15, M20, M30 ਜਾਂ ਫਿਰ M40। ਕੀ ਆਊਗਾ ਇਹਦਾ ਆਂਸਰ? ਹਾਂਜੀ, ਇਹਦਾ ਆਂਸਰ ਆ ਜਾਊਗਾ ਆਪਸ਼ਨ ਨੰਬਰ C। ਜੋ ਵੀ ਸਾਡਾ ਮਿਨੀਮਮ ਗ੍ਰੇਡ ਹੈਗਾ ਆ ਰੇਨਫੋਰਸਡ ਕੰਕਰੀਟ ਇਨ ਸੀ ਵਾਟਰ ਦੇ ਲਈ ਉਹਦਾ ਸਾਡਾ ਆਊਗਾ M30। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਕੀ ਕਹਿ ਰਿਹਾ, ਕਹਿੰਦੇ ਕਰੈਕਟਰਿਸਟਿਕਸ ਸਟਰੈਂਥ ਆਫ ਕੰਕਰੀਟ ਇਜ਼ ਮੇਜ਼ਰਡ ਐਟ 14 ਡੇਜ਼ ਦੇ ਵਿੱਚ ਅਸੀਂ ਕੰਕਰੀਟ ਦੀ ਸਟਰੈਂਥ ਦੇਖ ਲੈਂਦੇ ਹਾਂ ਜਾਂ ਫਿਰ 28 ਡੇਜ਼ ਦੇ ਲਈ, 91 ਦੇ ਲਈ ਜਾਂ ਫਿਰ 7 ਡੇਜ਼ ਦੇ ਵਿੱਚ। ਕਿੰਨਾ ਆਊਗਾ? ਇਹਦੇ ਲਈ ਆਊਗਾ ਸਾਡਾ ਆਪਸ਼ਨ ਨੰਬਰ B। ਅਸੀਂ 28 ਦਿਨਾਂ ਦੇ ਵਿੱਚ ਅਸੀਂ ਕਰੈਕਟਰਿਸਟਿਕਸ ਸਟਰੈਂਥ ਦੇਖਦੇ ਹਾਂ ਆਪਾਂ ਕੰਕਰੀਟ ਦੇ ਲਈ। ਨੈਕਸਟ ਚੱਲਦੇ ਅਗਲੇ ਕੁਐਸਚਨ ਦੇ ਉੱਤੇ। ਅਗਲਾ ਕੁਐਸਚਨ ਹੈ ਸਾਡੇ ਕੋਲ ordinary concrete is not used for concrete grade। ਠੀਕ ਹੈ ਜੀ, ਆਪਸ਼ਨਸ ਹੈਗੇ ਸਾਡੇ ਕੋਲ M100, M150, M250 ਜਾਂ ਫਿਰ M400। ਕੀ ਆਏਗਾ ਜੀ ਇਹਦਾ ਆਂਸਰ? ਇਹਦਾ ਆਂਸਰ ਆਏਗਾ ਜੀ ਸੋਲੂਸ਼ਨ ਨੰਬਰ D ਹੈ ਸਾਡੇ ਕੋਲ M400। ਠੀਕ ਹੈ, ਇਹ ਅਸੀਂ ਯਾਦ ਰੱਖਣੇ ਇੱਦਾਂ ਦੇ ਕੁਐਸਚਨਸ। ਇਹ ਡਾਇਰੈਕਟ ਕੁਐਸਚਨ ਇੱਦਾਂ ਬਣਦੇ ਆ ਕਿ ਸਾਡਾ ਕੰਕਰੀਟ ਦੇ ਲਈ, ਆਰਡੀਨਰੀ ਕੰਕਰੀਟ ਦੇ ਲਈ ਸਾਡਾ ਕੰਕਰੀਟ ਗ੍ਰੇਡ ਕਿਹੜਾ ਯੂਜ਼ ਨਹੀਂ ਹੁੰਦਾ। ਸੌਰੀ ਮੈਂ ਉਲਟਾ ਬੋਲ ਗਈ, ਕਿਹੜਾ ਯੂਜ਼ ਨਹੀਂ ਹੁੰਦਾ। ਇਹਨਾਂ ਦੇ ਵਿੱਚੋਂ M400 ਸਾਡਾ ਯੂਜ਼ ਨਹੀਂ ਹੁੰਦਾ ਹੈਗਾ, ਸਾਡਾ ਯੂਜ਼ ਹੁੰਦਾ ਹੈਗਾ M100, M150 ਔਰ M250। ਆਈ ਹੋਪ ਤੁਹਾਨੂੰ M ਦਾ ਪਤਾ ਹੋਏਗਾ, M ਮੀਨਸ ਫॉर ਮਿਕਸ। ਠੀਕ ਹੈ, ਅੱਗੇ ਚੱਲਦੇ ਹਾਂ ਆਪਾਂ। ਨੈਕਸਟ ਕੁਐਸਚਨ ਕੀ ਕਹਿ ਰਿਹਾ ਹੈਗਾ, ਨੈਕਸਟ ਕੁਐਸਚਨ ਕਹਿੰਦਾ ਕਰੈਕਟਰਿਸਟਿਕਸ ਕੰਪਰੈਸ਼ਨ ਸਟਰੈਂਥ ਆਫ M20 ਕੰਕਰੀਟ ਇਜ਼। ਜੋ ਸਾਡਾ ਕੰਪਰੈਸ਼ਨ ਸਟਰੈਂਥ ਹੈਗਾ ਉਹਦੇ ਲਈ M20 ਕੰਕਰੀਟ ਕਿੰਨਾ ਹੈਗਾ ਕਿ ਉਹ 30 ਨਿਊਟਨ ਮੀਟਰ ਸਕੁਏਅਰ ਹੈਗਾ, 27 ਨਿਊਟਨ ਸਕੁਏਅਰ ਮੀਟਰ ਜਾਂ ਫਿਰ 28 ਨਿਊਟਨ ਸਕੁਏਅਰ ਮੀਟਰ ਜਾਂ ਫਿਰ 20 ਨਿਊਟਨ ਸਕੁਏਅਰ ਮੀਟਰ। ਇਹਦਾ ਆਂਸਰ ਆਏਗਾ ਜੀ D 20। ਠੀਕ ਹੈ ਜੀ, ਇਹ ਸੀ ਖਿਆਲ ਰੱਖਣਾ ਹੈਗਾ। ਨੈਕਸਟ ਚੱਲਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਕੀ ਕਹਿ ਰਿਹਾ, ਕਹਿੰਦਾ ਪਲੇਨ ਸੀਮੈਂਟ ਕੰਕਰੀਟ ਹੈਜ਼ ਵੈਰੀ ਹਾਈ। ਪਲੇਨ ਸੀਮੈਂਟ ਕੰਕਰੀਟ ਹੈਜ਼ ਵੈਰੀ ਹਾਈ। ਕੀ ਉਹ ਫਲੈਕਸਰਲ ਸਟਰੈਂਥ ਆ ਜਾਂ ਫਿਰ ਕੰਪਰੈਸਿਵ ਸਟਰੈਂਥ ਆ ਜਾਂ ਫਿਰ ਟੈਂਸਾਈਲ ਸਟਰੈਂਥ ਆ? ਕੀ ਆਂਸਰ ਆਏਗਾ ਇਹਦਾ? ਇਹਦਾ ਆਂਸਰ ਆਏਗਾ ਸੋਲੂਸ਼ਨ ਨੰਬਰ B ਕੰਪਰੈਸਿਵ ਸਟਰੈਂਥ। ਠੀਕ ਹੈ ਜੀ, ਜੋ ਪਲੇਨ ਸੀਮੈਂਟ ਕੰਕਰੀਟ ਆ ਉਹਦੀ ਕੰਪਰੈਸਿਵ ਸਟਰੈਂਥ ਜਿਹੜੀ ਆ ਉਹ ਕਾਫੀ ਹਾਈ ਹੁੰਦੀ ਹੈ। ਠੀਕ ਹੈ, ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਕਹਿ ਰਿਹਾ
कि कंप्रेसिव स्ट्रेंथ ऑफ कंक्रीट इज डैश टेंजाइल स्ट्रेंथ। ठीक है, देखो जो कंप्रेसिव स्ट्रेंथ आ ऑफ कंक्रीट की मोर दैन टेंजाइल स्ट्रेंथ होंगी है, ਜਾਂ फिर लैस दैन टेंजाइल स्ट्रेंथ होंगी है, ਜਾਂ फिर इक्वल होंगी है, ਜਾਂ फिर इन्हों में कोई नहीं होंगी। ठीक है, की आएगा ਇਹਦਾ आंसर? ਇਹਦਾ आंसर आऊगा ऑप्शन नंबर ए भी जो भी साडी कंप्रेसिव स्ट्रेंथ आ कंक्रीट की वो मोर दैन होंगी है टेंजाइल स्ट्रेंथ तो। ठीक है, इस चीज़ का ख्याल रखना। नैक्सट क्वेश्चन की हैगा, नैक्सट क्वेश्चन साडे कोल आंदा हैगा कि कहंदा रेनफोर्सड सीमेंट कंक्रीट, जो साडा रेनफोर्सड सीमेंट कंक्रीट आ वॉज इवॉल्वड बिकॉज प्लेन कंक्रीट हैज़, रेनफोर्सड इस करके इवॉल्व होंगी है क्योंकि प्लेन कंक्रीट की हाई टेंजाइल स्ट्रेंथ होंगी है, ਜਾਂ फिर लो टेंजाइल स्ट्रेंथ होंगी है, ਜਾਂ फिर टेंजाइल, ਜਾਂ फिर इन्हां विचों कोई नहीं। किहड़ा आंदा है? साडा आऊगा जी ऑप्शन नंबर बी। ऑप्शन नंबर बी दे विच की आंदा हैगा लो टेंजाइल स्ट्रेंथ। ठीक है, ये साडा आंसर आ जाऊगा। अगे देखते हैं अगले क्वेश्चन दे विच की हैगा, अ स्लंप कोन इज यूज्ड, हाँ जी, स्लंप कोन इज यूज्ड प्राइमरली टू प्रोवाइड इंडिकेशन ऑफ विच ऑफ द फॉलोइंग इन कंक्रीट, कि वो ड्यूरेबिलिटी एंड फिनिश आ जाऊगा, एयर एंट्रेनमेंट एंड कैमिकल रजिस्टेंस आ, ਜਾਂ स्ट्रेंथ एंड वर्केबिलिटी है, ਜਾਂ फिर अपीयरेंस एंड कलर आ। ठीक है, की आएगा ਇਹਦਾ आंसर? ਇਹਦਾ आंसर आ जाऊगा स्ट्रेंथ एंड वर्केबिलिटी। ठीक, जो साडे कोल स्लंप कोन हैगा वो यूज़ किया जाता है कि असी इंडिकेशन ऑफ सानू दसदा हैगा स्ट्रेंथ और वर्केबिलिटी किहदी, कंक्रीट दी, कंक्रीट दी स्ट्रेंथ और वर्केबिलिटी दे लई असी स्लंप कोन जिहड़ा उहनूं देखते हैं। ठीक है जी, अगे आ जाऊगा साडे कोल नैक्सट क्वेश्चन की हैगा, कहंदे प्लेन सीमेंट कंक्रीट हैज़ वेरी हाई, जो प्लेन सीमेंट कंक्रीट हैगा उहदी की फ्लैक्सरल स्ट्रेंथ ज़्यादा होंदी है, ਜਾਂ फिर कंप्रैसिव स्ट्रेंथ ज़्यादा होंदी है, टेंजाइल स्ट्रेंथ ज़्यादा होंदी है, ਜਾਂ फिर शेयर स्ट्रेंथ ज़्यादा होंदी है? की ज़्यादा होंदी है उहदी? कंप्रैसिव स्ट्रेंथ। प्लेन सीमेंट कंक्रीट दी कंप्रैसिव स्ट्रेंथ ज़्यादा होंदी है। ठीक है, अगे देखो अगे है साडे कोल द कंक्रीट मिक्स डिज़ाइन इज़ कंडक्टड एज पर, जिहड़ा कंक्रीट मिक्स डिज़ाइन है वो कंडक्ट करता है कितों, कि वो IS 456 IS 10262 आ, ਜਾਂ फिर 13920 आ, ਜਾਂ फिर 383 है? की आओगे ਇਹਦਾ आंसर? ਇਹਦਾ आंसर आ जाऊगा साडे कोल IS 10262 ਇਹਦਾ आंसर आ जाऊगा। ठीक है, अगे चलते हैं अगला क्वेश्चन की कह रहा, क्वेश्चन नंबर 2 हेलो, द रेशो बिटवीन द अल्टीमेट टेंजाइल स्ट्रेस एंड द वर्किंग स्ट्रेस इज़ नोन एज, जिहड़ी रेशो होंदी आ अल्टीमेट टेंजाइल स्ट्रेस की वर्किंग स्ट्रेस की, उन्होंने असी की असी फैक्टर ऑफ सेफ्टी कहने हैं, ਜਾਂ फिर कंप्रैशन, ਜਾਂ फिर अल्टीमेट रोड फैक्टर, ਜਾਂ फिर नन ऑफ दिस? की आएगा ਇਹਦਾ आंसर? ਇਹਦਾ आंसर आ जाऊगा जी फैक्टर ऑफ सेफ्टी। ठीक है, फैक्टर ऑफ सेफ्टी का मतलब हैगा रेशो होएगी अल्टीमेट टेंजाइल स्ट्रेंथ की, स्ट्रेस की और वर्किंग स्ट्रेस की। ठीक है जी, अगे चलते हैं नैक्सट क्वेश्चन के, क्वेश्चन नंबर 13। क्वेश्चन नंबर 13 की कहता है द रेशो ऑफ क्लैप्स लोड टू द वर्किंग लोड इज़ नोन एज, द रेशो ऑफ क्लैप्स लोड टू द वर्किंग लोड, कि ये लोड फैक्टर आ, ਜਾਂ फिर क्लैप्स लोड फैक्टर आ, ਜਾਂ फिर वर्किंग लोड फैक्टर आ, ਜਾਂ फिर इन्हों चों कोई नहीं? की आएगा ਇਹਦਾ आंसर? ਇਹਦਾ आंसर आएगा जी लोड फैक्टर। ठीक है, लोड फैक्टर रेशो है क्लैप्स लोड का और वर्किंग लोड का। ठीक है जी, अगे चलते हैं अगले क्वेश्चन पर। अगला क्वेश्चन की सानू कह रहा कि द बिस कोड विच इज़ मीनट फॉर कंक्रीट मिक्सिस, जो बिस कोड हैगा आ उहदा की मतलब हैगा कि कंक्रीट मिक्स के लिए कि वो BS इन्हां चों किहड़ा ऑप्शन आऊगा 456 178, ਜਾਂ फिर ऑप्शन नंबर बी, ਜਾਂ ऑप्शन नंबर सी, ਜਾਂ फिर ऑप्शन नंबर डी? की आंसर आऊगा? ਇਹਦਾ आंसर आऊगा ऑप्शन नंबर ए। ठीक है, ऑप्शन नंबर ए इज़ द राइट आंसर। नैक्सट देखते हैं 15 क्वेश्चन की कहता हैगा साडे कोल कि द बल्क डेंसिटी ऑफ ऑर्डनरी कंक्रीट इज़ अबाउट, जी बल्क डेंसिटी हैगी आ ऑर्डनरी कंक्रीट की वो किहदे राउंड होंदी है कि वो 23 किलो न्यूटन पर मीटर क्यूब
ਜਾਂ 25 ਜਾਂ ਫਿਰ 27 ਜਾਂ ਫਿਰ ਨਨ ਆਫ ਦਿਸ। ਕੀ ਆਏਗਾ ਇਹਦਾ ਆਂਸਰ? ਇਹਨਾਂ ਦਾ ਆਂਸਰ ਆਏਗਾ ਡੀ। ਇਹਨਾਂ 'ਚੋਂ ਕੋਈ ਨਹੀਂ ਹੈਗਾ ਇਹਨਾਂ ਦਾ ਆਂਸਰ। ਠੀਕ ਹੈ ਜੀ। ਅੱਗੇ ਦੇਖੋ ਅਗਲਾ ਕੁਐਸਚਨ ਕੀ ਕਹਿ ਰਿਹਾ 16 ਕੁਐਸਚਨ ਸਾਨੂੰ ਕਹਿੰਦਾ ਆ ਕਿ the working stress of material is expected to be equal to ultimate stress, option number B equal to yield stress, less than yield stress ਜਾਂ ਫਿਰ more than yield stress। ਕੀ ਆਏਗਾ ਇਹਦਾ ਆਂਸਰ? ਇਕੁਅਲ ਟੂ ਯੀਲਡ ਸਟ੍ਰੈਸ। ਜਿਹੜਾ ਵਰਕਿੰਗ ਸਟ੍ਰੈਸ ਆਫ ਅ ਮਟੀਰੀਅਲ ਆ ਉਹ ਐਕਸਪੈਕਟ ਕੀਤਾ ਜਾਂਦਾ ਆ ਕਿ ਇਕੁਅਲ ਟੂ ਯੀਲਡ ਸਟ੍ਰੈਸ 'ਤੇ ਹੋਏਗਾ। ਨੈਕਸਟ ਕੁਐਸਚਨ ਦੇਖਦੇ ਹਾਂ ਦ ਅਪਰੋਕਸੀਮੇਟ ਵੈਲਿਊ of the ratio between direct tensile strength and flexural strength, option number A, option number B, option number C ਜਾਂ ਫਿਰ option number D। ਕੀ ਆਏਗਾ ਇਹਦਾ ਆਂਸਰ? ਇਹਦਾ ਆਂਸਰ ਆਏਗਾ ਜੀ option number B 0.5। ਦ ਅਪਰੋਕਸੀਮੇਟ ਵੈਲਿਊ ਆਫ ਹੋਏਗੀ ਇਹਨਾਂ ਦੀ ਰੇਸ਼ੋ ਬਿਟਵੀਨ ਡਾਇਰੈਕਟ ਟੈਂਸਾਈਲ ਐਂਡ ਫਲੈਕਸੂਰਲ ਸਟਰੈਂਥ ਦੀ 0.5 ਇਹਦਾ ਆਂਸਰ ਆ ਜਾਏਗਾ। ਠੀਕ ਹੈ ਜੀ। ਇਹ ਸੀਗੇ ਸਾਡੇ ਅੱਜ ਦੇ ਕੁਐਸਚਨਸ। ਥੈਂਕ ਯੂ ਫॉर ਵਾਚਿੰਗ। ਲਾਸਟ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਏਗੀ ਤੁਸੀਂ ਇਸ ਨੂੰ ਲਾਈਕ ਕਰ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ। ਠੀਕ ਹੈ ਜੀ। ਇੱਦਾਂ ਦੀਆਂ ਹੋਰ ਵੀਡੀਓਜ਼ ਲੈ ਕੇ ਆਉਣ ਦੇ ਲਈ ਮੈਂ ਪੂਰੀ ਕੋਸ਼ਿਸ਼ ਕਰੂੰਗੀ। ਠੀਕ ਹੈ ਜੀ। ਨੈਕਸਟ ਵੀਡੀਓ ਦੇ ਵਿੱਚ ਅਸੀਂ RCC ਦੇ ਹੀ ਹੋਰ ਕੁਐਸਚਨਸ ਕਰਾਂਗੇ। ਠੀਕ ਹੈ। ਇਹ ਕੁਐਸਚਨਸ ਨੂੰ ਤੁਸੀਂ ਰੈਪੀਟੀਸ਼ਨ 'ਤੇ ਦੇਖ ਸਕਦੇ ਹੋ ਔਰ ਇਹਨਾਂ ਦੀ ਰਿਵੀਜ਼ਨ ਕਰਨੀ ਹੈ। ਠੀਕ ਹੈ ਜੀ। RCC ਜਾਂ ਜੋ ਟੋਪਿਕ ਹੈਗਾ ਆ ਹਰ ਸਾਲ JEE ਦੇ ਪੇਪਰਾਂ ਦੇ ਲਈ ਕਾਫੀ ਇੰਪੋਰਟੈਂਟ ਆ ਔਰ ਹਰ ਵਾਰ ਰਿਪੀਟ ਕੁਐਸਚਨਸ ਹੁੰਦੇ ਆ ਔਰ RCC ਤੋਂ ਬਿਨਾਂ JEE ਕੱਢਣਾ ਮਤਲਬ ਥੋੜ੍ਹਾ ਜਿਹਾ ਇੰਪੋਸੀਬਲ ਜਿਹਾ ਲੱਗਦਾ ਹੈ। ਠੀਕ ਹੈ ਜੀ। ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ। ਬਾਏ ਬਾਏ।